ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਹਾਰਡਲੀ 10 to 15 ਮਿੰਟਸ ਦਾ ਹੈ। ਤੇ ਦੇਖੋ ਬੇਟੇ, ਸਟਾਰਚ ਐਂਡ ਗਲਾਈਕੋਜਨ। ਤਾਂ ਸਟਾਰਚ ਮੋਸਟਲੀ ਸਪਲਿਟ ਹੁੰਦਾ ਹੈ। ਤਾਂ ਸਾਰਿਆਂ ਤੋਂ ਪਹਿਲਾਂ ਮਾਊਥ ਦੇ ਵਿੱਚ ਕੀ ਹੁੰਦਾ ਹੈ, ਸਾਡੇ ਕੋਲ ਸਲਿਵਰੀ ਅਮਾਈਲੇਜ਼ ਹੁੰਦਾ ਹੈ। ਸਲਿਵਰੀ ਅਮਾਈਲੇਜ਼ ਇਹਨੂੰ ਸਪਲਿਟ ਕਰ ਦਿੰਦਾ ਹੈ ਡਾਈਸਕਰਾਈਡ। ਡਾਈ ਦਾ ਮਤਲਬ 2, ਸਕਰਾਈਡ ਦਾ ਮਤਲਬ ਸ਼ੂਗਰ ਮੋਲੀਕਿਊਲ। ਤਾਂ ਦੋ ਸ਼ੂਗਰ ਮੋਲੀਕਿਊਲ ਰਲ ਕੇ ਮਾਲਟੋਸ, ਸੁਕਰੋਸ ਤੇ ਲੈਕਟੋਸ ਬਣਾਉਂਦੇ ਆ। ਸਿੰਪਲ ਸ਼ੂਗਰਸ ਕਿਹੜੀਆਂ ਹੁੰਦੀਆਂ ਉਹ ਸਕਰੀਨ ਤੇ ਤੁਹਾਨੂੰ ਦਿਖਾਵਾਂਗੇ। ਸੋ ਥੀਸ ਆਰ ਦਾ ਡਾਈਸਕਰਾਈਡ। ਸਟਾਰਚ ਐਂਡ ਗਲਾਈਕੋਜਨ ਸਪਲਿਟ ਇਨਟੂ ਦਾ ਡਾਈਸਕਰਾਈਡ। ਕਿਹੜੇ ਕਿਹੜੇ ਹੈ? ਮਾਲਟੋਸ, ਸੁਕਰੋਸ ਐਂਡ ਲੈਕਟੋਸ। ਹੁਣ ਮਾਲਟੋਸ ਤੇ ਕਿਹੜਾ ਐਂਜ਼ਾਈਮ ਕੰਮ ਕਰਦਾ ਹੈ? ਦੈਟ ਇਜ਼ ਮਾਲਟੇਜ਼। ਇਹਦਾ ਸਕਰੀਨਸ਼ਾਟ ਲੈ ਲਓ। ਇਸ ਤਰ੍ਹਾਂ ਫਲੋ ਚਾਰਟ ਤੁਹਾਨੂੰ ਕਿਤੇ ਨਹੀਂ ਮਿਲਣਾ। ਮਾਲਟੋਸ ਤੇ ਕਿਹੜਾ ਕੰਮ ਕਰਦਾ ਹੈ? ਦੈਟ ਇਜ਼ ਮਾਲਟੇਜ਼। ਸੁਕਰੋਸ ਤੇ ਕਿਹੜਾ ਕੰਮ ਕਰਦਾ ਹੈ? ਦੈਟ ਇਜ਼ ਸੁਕਰੇਜ਼। ਤੇ ਲੈਕਟੋਸ ਤੇ ਕਿਹੜਾ ਕੰਮ ਕਰਦਾ ਹੈ? ਲੈਕਟੇਜ਼। ਤਾਂ ਬੇਟੇ ਦੇ ਸਪਲਿਟ ਇਨਟੂ ਦਾ ਮੋਨੋਸਕਰਾਈਡਸ। ਦੇ ਸਪਲਿਟ ਇਨਟੂ ਦਾ ਮੋਨੋਸਕਰਾਈਡ। ਨੰਬਰ 1 ਗਲੂਕੋਜ਼, ਜਿਹੜਾ ਮਾਲਟੇਜ਼ ਹੈ ਇਟ ਸਪਲਿਟ ਇਨਟੂ ਗਲੂਕੋਜ਼। ਠੀਕ ਹੈ। ਜਿਹੜਾ ਸੁਕਰੇਜ਼ ਹੈ ਇਟ ਸਪਲਿਟ ਇਨਟੂ ਗਲੂਕੋਜ਼ ਪਲਸ ਫਰਕਟੋਜ਼ ਐਂਡ ਲੈਕਟੇਜ਼ ਸਪਲਿਟ ਇਨਟੂ ਦਾ ਗਲੂਕੋਜ਼ ਪਲਸ ਗਲੈਕਟੋਜ਼। ਇਹ ਚੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ। ਇੱਥੇ ਇੱਕ ਕੀ ਹੋ ਗਿਆ, ਸੋਰੀ ਪਤਾ ਨਹੀਂ ਕਿਉਂ ਡਿਸਕਨੈਕਟ ਹੋ ਗਿਆ ਸੀ। ਤੇ ਜਦੋਂ ਫਰਮੈਂਟੇਸ਼ਨ ਹੁੰਦੀ ਹੈ ਬੇਟੇ, ਲੈਕਟੇਜ਼ ਨਾ ਹੋਣ ਤੇ ਲੈਕਟੋਜ਼ ਦੀ ਫਰਮੈਂਟੇਸ਼ਨ ਹੋਊਗੀ ਤਾਂ ਕੀ ਬਣੂਗਾ? ਗੈਸਿਸ ਪਲਸ ਐਸਿਡ। ਤਾਂ ਉਸ ਵਿਅਕਤੀ ਨੂੰ ਗੈਸ ਪ੍ਰੋਬਲਮ ਨਾਲ ਸ਼ੁਰੂ ਹੋ ਜਾਊਗੀ। ਉਹਦਾ ਰਿਜ਼ਲਟ ਕੀ ਹੋਊਗਾ ਬਈ? ਇੰਟੈਸਟਾਈਨਲ ਕ੍ਰੈਂਪਸ ਔਰ ਡਾਇਰੀਆ। ਇੰਟੈਸਟਾਈਨਲ ਕ੍ਰੈਂਪਸ ਵੀ ਹਲਕਾ ਜਿਹਾ ਪੇਟ ਦੇ ਵਿੱਚ ਦਰਦ ਹੋਣਾ ਜਾਂ ਡਾਇਰੀਆ। ਤਾਂ ਫਿਰ ਉਹਦੇ ਦੋ ਸੋਲੂਸ਼ਨ ਹੈ, ਦੋ ਹੱਲ ਹੈ। ਨੰਬਰ 1, ਜਾਂ ਤਾਂ ਉਹ ਲੈਕਟੇਜ਼ ਓਰਲੀ ਲਵੇ ਇਨ ਟੇਬਲੇਟ ਫਾਰਮ ਔਰ ਇਨ ਕੈਪਸੂਲ ਫਾਰਮ, ਤਾਂ ਸੈੱਟ ਹੋਊਗਾ। ਜੇ ਉਹ ਓਰਲੀ ਨਹੀਂ ਲੈਂਦਾ ਤਾਂ ਉਹ ਡਾਇਰੈਕਟ ਮਿਲਕ ਨਾ ਲਵੇ। ਉਹ ਕੀ ਯੂਜ਼ ਕਰ ਸਕਦਾ? ਕਰਡ ਯੂਜ਼ ਕਰ ਸਕਦਾ। ਠੀਕ ਹੈ, ਕਿਉਂਕਿ ਇੱਥੇ ਲੈਕਟੋਜ਼ ਆਲਰੇਡੀ ਲੈਕਟਿਕ ਐਸਿਡ ਦੇ ਵਿੱਚ ਕਨਵਰਟ ਹੋ ਚੁੱਕਿਆ ਹੈ। ਦੈਟ ਪਰਸਨ ਕੈਨ ਯੂਜ਼ ਕਰਡ ਇਨ ਪਲੇਸ ਆਫ ਮਿਲਕ। ਤਾਂ ਉਹ ਲੈਕਟਿਕ ਐਸਿਡ ਉਹਦੀ ਬੋਡੀ ਦੇ ਵਿੱਚ ਜਾਊਗਾ। ਸੋ ਜਿਹੜੇ ਕੁਝ ਸਾਡੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਇਹ ਸਮੱਸਿਆ ਹੁੰਦੀ ਹੈ ਐਂਡ ਦਿਸ ਇਜ਼ ਕਾਲਡ ਐਜ਼ ਲੈਕਟੋਜ਼ ਇਨਟੋਲਰੈਂਸ। ਤੇ ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਬੇਟੇ, ਵੀਡੀਓ ਵੀ ਤੁਹਾਨੂੰ ਪਾਉਂਗਾ। ਹੁਣ ਬਈ ਡਾਈਜੈਸ਼ਨ ਆਫ ਫੈਟਸ। ਫੈਟਸ ਬਾਰੇ ਆਪਾਂ ਪੜ੍ਹਿਆ ਸੀ ਬੇਟੇ। ਫੈਟਸ ਦੇ ਵਿੱਚ ਕੀ ਹੈ ਵੀ ਤੁਹਾਨੂੰ ਮੈਂ ਦੱਸਿਆ ਸੀ ਬਕਲ ਕੈਵਿਟੀ ਦੇ ਵਿੱਚ ਫੈਟ ਦੀ ਕੋਈ ਡਾਈਜੈਸ਼ਨ ਨਹੀਂ ਹੁੰਦੀ। ਦੇयर इज नो ਡਾਈਜੈਸ਼ਨ। ਸਟਮਕ ਦੇ ਵਿੱਚ ਗੈਸਟ੍ਰਿਕ ਲਾਈਪੇਜ਼ ਆਪਾਂ ਪੜ੍ਹਿਆ ਸੀ ਨਾ, ਗੈਸਟ੍ਰਿਕ ਲਾਈਪੇਜ਼ ਜਿਹੜਾ ਫੈਟ ਐਂਡ ਲਿਪਿਡ ਤੇ ਕੰਮ ਕਰਦਾ ਹੈ। ਹਾਈਡਰੋਲਾਈਜ਼ਸ ਇਨਟੂ small amount of fat into monoglyceraldehyde and fatty acid। ਜਿਹੜਾ ਫੈਟ ਹੈ ਮੋਨੋਗਲਿਸਰੈਲਡੀਹਾਈਡ ਤੇ ਫੈਟੀ ਐਸਿਡ ਤੋਂ ਜੁੜ ਕੇ ਬਣਦਾ ਹੈ। ਅੱਜ ਦਾ ਟੌਪਿਕ ਥੋੜਾ ਜਿਹਾ ਟਿਪੀਕਲ ਹੈ ਬਟ ਇੱਥੇ ਕੁਐਸਚਨ ਆਉਣ ਦੇ ਬਹੁਤ ਚਾਂਸਿਸ ਹੈ। ਮੈਨੂੰ ਪਤਾ ਹੈ ਵੀ ਇਹ ਹਲਕਾ ਜਿਹਾ ਬੋਰਿੰਗ ਤੁਹਾਨੂੰ ਲੱਗੂਗਾ। ਤਾਂ ਫੈਟ ਕਾਹ ਚ ਸਪਲਿਟ ਹੁੰਦਾ ਹੈ? ਮੋਨੋਗਲਿਸਰੈਲਡੀਹਾਈਡ ਐਂਡ ਫੈਟੀ ਐਸਿਡ, ਬਟ ਸਾਰਾ ਨਹੀਂ, ਵੈਰੀ ਸਮਾਲ ਅਮਾਊਂਟ ਡਿਪੈਂਡਿੰਗ ਅਪਨ ਦਾ ਏਜ ਹੁੰਦਾ ਹੈ ਵੀ ਕਿੰਨੇ % ਹੋ ਰਹੀ ਹੈ। ਠੀਕ ਹੈ, ਤਾਂ ਫੈਟ ਸਪਲਿਟ ਇਨਟੂ ਦਾ ਮੋਨੋਗਲਿਸਰੈਲਡੀਹਾਈਡ ਐਂਡ ਫੈਟੀ ਐਸਿਡ। ਤਾਂ ਵੀ ਸਮਾਲ ਇੰਟੈਸਟਾਈਨ ਦੇ ਵਿੱਚ ਮਲਸੀਫਾਈਡ ਫੈਟ। ਫੈਟ ਦੀ ਮਲਸੀਫਿਕੇਸ਼ਨ ਕੀ ਹੁੰਦੀ ਹੈ ਵੀ ਫੈਟ ਫਲੋਟ ਕਰਦਾ ਹੈ ਕਿਉਂਕਿ ਇਹਦੀ ਡੈਂਸਿਟੀ ਘੱਟ ਹੁੰਦੀ ਹੈ। ਬਾਈਲ ਕੀ ਕਰਦਾ ਹੈ? ਇਹਨੂੰ ਸਮਾਲ ਡ੍ਰੌਪਲੇਟਸ ਦੇ ਵਿੱਚ ਤੋੜ ਦਿੰਦਾ ਹੈ। ਦੈਟਸ ਅ ਮਲਸੀਫਾਈਡ ਫੈਟ। ਸਮਾਲ ਡ੍ਰੌਪਲੇਟਸ ਕਿਸ ਤਰ੍ਹਾਂ ਵੀ ਇੱਕ ਪਾਣੀ ਦੀ ਬਕਟ ਹੈ ਤੁਹਾਡੇ ਕੋਲ, ਉਹ ਜਦੋਂ ਤੁਸੀਂ ਤੇਲ ਪਾਤਾ ਉਹ ਉੱਪਰ ਫਲੋਟ ਕਰੂਗਾ ਆਇਲ। ਤੁਸੀਂ ਉਹ 'ਚ ਚੰਗੀ ਤਰ੍ਹਾਂ ਉਹਨੂੰ ਮਤਲਬ ਕਿ ਹੱਥ ਲਾ ਦਿਓ ਉਹਦੇ ਵਿੱਚ, ਜਾਂ ਕਿਸੇ ਜਿਸ ਤਰ੍ਹਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਚਰਨਿੰਗ ਕਰ ਦਿਓ, ਉਹਦੀ ਰਿੜਕ ਦਿਓ ਉਹਨੂੰ, ਤਾਂ ਉਹ ਵਾਈਟ ਕਲਰ ਦਾ ਹੋ ਜਾਂਦਾ ਹੈ। ਕਾਰਨ ਦੇयर इज द ਐਮਲਸੀਫਿਕੇਸ਼ਨ ਆਫ ਫੈਟ। ਠੀਕ ਹੈ, ਐਮਲਸੀਫਾਈਡ ਫੈਟ ਹੁੰਦਾ, ਉਹਦੇ ਨਾਲ ਕੀ ਸਰਫੇਸ ਏਰੀਆ ਇਨਕਰੀਜ਼ ਹੋ ਜਾਂਦਾ ਹੈ ਤੇ ਲਾਈਪੇਜ਼ ਪ੍ਰੋਪਰਲੀ ਐਕਟ ਕਰ ਸਕਦਾ। ਤਾਂ ਐਮਲਸੀਫਾਈਡ ਫੈਟ ਦੇ ਉੱਪਰ ਪੈਨਕ੍ਰੀਆਟਿਕ ਲਾਈਪੇਜ਼ that come from the pancreas ਇਹਨੂੰ ਸਪਲਿਟ ਕਰ ਦਿੰਦਾ ਫੈਟੀ ਐਸਿਡ ਪਲਸ ਡਾਈਗਲਿਸਰਾਈਡ।
ठीक है, और डाईग्लिसराइडीहाइड। तो डाईग्लिसराइड फिर पैनक्रियाटिक लाइपेज एक्ट करता है, फैटी एसिड प्लस मोनोग्लिसराइड। मोनोग्लिसराइड ते फिर लाइपेज एक्ट करता है, फैटी एसिड प्लस ग्लिसरॉल। ठीक है, फैटी एसिड प्लस ग्लिसरॉल। तो बई ये जिहड़ा हैगा जिहड़ा फैटी एसिड प्लस ग्लिसरॉल है और जिहड़ा फैट है, ये कदे भी थ्रू ब्लड नहीं जाते। तो इन्हां दी अब्जॉर्प्शन कित्थे हुंदी है? थ्रू लैक्टियल। ਇਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ, ਲੈਕਟੀਅਲ ਤੁਹਾਨੂੰ ਦਿਖਾਈ ਸੀ, ਮੈਂ ਫੇਰ ਇੱਕ ਵਾਰੀ ਵਿਖਾ ਦਿੰਨਾ। ਕਿੱਥੇ ਅਬਜ਼ੌਰਪਸ਼ਨ ਹੁੰਦੀ ਹੈ? ਤੁਸੀਂ ਇਸ ਚੀਜ਼ ਨੂੰ ਦੇਖੋ ਤਾਂ these are the blood capillaries and this is the lacteal। ਤੁਹਾਨੂੰ ਲੈਕਟੀਅਲ ਦੇ ਵਿੱਚ ਕੀ ਹੁੰਦਾ ਹੈ? there is the lymph, there is the lymph। ਠੀਕ ਹੈ, ਤਾਂ ਫੈਟ ਸੋਲੂਬਲ ਸਬਸਟੈਂਸਿਸ ਔਰ ਫੈਟ ਜਿਹੜਾ ਹੈਗਾ ਇਹਦੀ ਅਬਜ਼ੌਰਪਸ਼ਨ ਕਿੱਥੇ ਹੁੰਦੀ ਹੈ? in the lacteal, not inside the blood capillaries, not by the blood। तो ये लैक्टियल ਦੇ ਵਿੱਚ ਜਾਂਦੇ ਆ ਬੇਟੇ, ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ ਹੈ। ਤਾਂ ਫਰਦਰ ਆਪਾਂ ਅੱਗੋਂ ਸਟੱਡੀ ਕਰਦੇ ਹਾਂ। ਤਾਂ this is the digestion of fat। then we digestion of proteins, it also start from the stomach। ਬਟ ਇੱਥੇ ਕੀ ਹੈ, ਸਟਮਕ ਦੇ ਵਿੱਚ ਜਿਹੜੇ ਐਂਜ਼ਾਈਮਸ ਹੈ ਉਹਨਾਂ ਦੀ ਐਕਟੀਵੇਸ਼ਨ ਕਰਨੀ ਹੁੰਦੀ ਹੈ, ਤੇ ਉਹਨਾਂ ਨੂੰ ਐਕਟੀਵੇਟ ਕੌਣ ਕਰਦਾ ਹੈ? ਦੈਟਸ ਡਨ ਬਾਈ HCl। HCl ਕਿਸ ਤਰ੍ਹਾਂ ਕਰਦਾ ਹੈ ਵੀ ਜਿਹੜਾ H ਪੋਜ਼ਿਟਿਵ ਆਇਨ ਹੈ ਉਹ ਪੈਪਸਿਨੋਜਨ ਨੂੰ ਐਕਟਿਵ ਐਂਜ਼ਾਈਮ ਪੈਪਸਿਨ ਚ ਕਨਵਰਟ ਕਰਦਾ ਹੈ। ਟ੍ਰਿਪਸਿਨੋਜਨ ਨੂੰ ਐਕਟਿਵ ਐਂਜ਼ਾਈਮ ਟ੍ਰਿਪਸਿਨ ਚ ਕਨਵਰਟ ਕਰਦਾ ਹੈ। ਕੀਮੋਟ੍ਰਿਪਸਿਨੋਜਨ ਨੂੰ ਐਕਟਿਵ ਐਂਜ਼ਾਈਮ ਕੀਮੋਟ੍ਰਿਪਸਿਨ ਚ ਕਨਵਰਟ ਕਰਦਾ ਹੈ, ਤੇ ਪ੍ਰੋ ਇਲਾਸਟੇਜ਼ ਨੂੰ ਇਲਾਸਟੇਜ਼ ਦੇ ਵਿੱਚ ਕਨਵਰਟ ਕਰਦਾ ਹੈ। ਐਸੇ ਤਰੀਕੇ ਪ੍ਰੋ ਕਾਰਬੋਕਸੀ ਪੈਪਟਾਈਡੇਜ਼ਿਸ ਨੂੰ ਕਾਰਬੋਕਸੀ ਪੈਪਟਾਈਡੇਜ਼ਿਸ ਦੇ ਵਿੱਚ ਐਕਟੀਵੇਟ ਕਰ ਦਿੰਦਾ ਹੈ ਐਂਜ਼ਾਈਮ ਨੂੰ। ਹੁਣ ਹੁੰਦਾ ਕੀ ਹੈ ਬਈ, ਪੈਪਸਿਨੋਜਨ ਜਦੋਂ ਐਕਟਿਵ ਹੋ ਗਿਆ ਇਨਟੂ ਪੈਪਸਿਨ, ਠੀਕ ਹੈ, ਤਾਂ ਇਹ ਕੀ ਕਰੂਗਾ? ਇਟ ਵਿਲ ਸਪਲਿਟ ਦਾ ਪ੍ਰੋਟੀਨ ਟੂ ਪੈਪਟਾਈਡਸ, ਤਾਂ ਇਹ ਪੈਪਟਾਈਡਸ ਦੇ ਵਿੱਚ ਉਹਨੂੰ ਕਨਵਰਟ ਕਰ ਦੂਗਾ। ਠੀਕ ਹੈ, ਟ੍ਰਿਪਸਿਨ ਕੀ ਕਰਦਾ ਹੈ? ਐਂਟੀਰੋਪੈਪਟਾਈਡੇਜ਼ ਐਂਜ਼ਾਈਮ ਹੈ, ਟ੍ਰਿਪਸਿਨੋਜਨ ਨੂੰ ਟ੍ਰਿਪਸਿਨ ਚ ਕਨਵਰਟ ਕਰ ਦਿੰਦਾ, ਦੈਟਸ ਐਕਟਿਵ ਫਾਰਮ। ਠੀਕ ਹੈ, ਉਵੇਂ ਹੀ ਕੀਮੋਟ੍ਰਿਪਸਿਨ ਪ੍ਰੋ ਲਾਸਟੇਜ ਟੂ ਲਾਸਟੇਜ, ਪ੍ਰੋ ਕਾਰਬੋਕਸੀਡੇਜ਼ ਟੂ ਕਾਰਬੋਕਸੀਡੇਜ਼ਿਸ। ਇਹ ਐਕਟ ਕਿਵੇਂ ਕਰਦੇ ਆ ਉਹ ਆਪਾਂ ਦੱਸਦੇ ਹਾਂ। ਪਹਿਲਾਂ ਟ੍ਰਿਪਸਿਨ ਚ ਵੇਖੋ ਕਿਹੜੇ ਕਿਹੜੇ ਮਾਈਨੋ, ਇੱਕ ਇੱਥੇ ਚੀਜ਼ ਨੋਟ ਕਰ ਲਓ ਵੀ ਜਿਹੜੀ ਸਾਡੇ ਕੋਲ ਪ੍ਰੋਟੀਨ ਹੈ, ਪ੍ਰੋਟੀਨ ਇਜ਼ ਏ ਪੋਲੀਮਰ ਆਫ ਅਮਾਈਨੋ ਐਸਿਡਸ। ਠੀਕ ਹੈ, ਅਮਾਈਨੋ ਐਸਿਡਸ ਜੁੜ ਕੇ ਪ੍ਰੋਟੀਨ ਬਣਾਉਂਦੇ ਆ। ਤਾਂ ਟ੍ਰਿਪਸਿਨ ਕਿਹੜੇ ਅਮਾਈਨੋ ਐਸਿਡ ਰਿਲੀਜ਼ ਕਰਾਉਂਦਾ? ਆਰਜੀਨਿਨ ਐਂਡ ਲਾਈਜ਼ੀਨ, ਆਰਜੀਨਿਨ ਐਂਡ ਲਾਈਜ਼ੀਨ। ਕੀਮੋਟ੍ਰਿਪਸਿਨ ਕਿਹੜੇ ਕਰਾਉਂਦਾ? ਟ੍ਰਿਪਟੋਫੈਨ, ਫਿਨਾਈਲ ਐਲਾਨੀਨ, ਟਾਇਰੋਜ਼ੀਨ ਤੇ ਲਿਊਸੀਨ। ਇਲਾਸਟੇਜ਼ ਕਿਹੜੇ ਹੈ? ਐਲਾਨੀਨ, ਗਲਾਈਸੀਨ ਤੇ ਸਰੀਨ। ਠੀਕ ਹੈ, ਤੇ ਇਹ ਤੁਸੀਂ ਅਮਾਈਨੋ ਐਸਿਡ ਜ਼ਰੂਰ ਲਰਨ ਕਰ ਲੈਣੇ ਆ ਪੁੱਤ, ਕਿਉਂਕਿ ਇਹ ਨੀਟ ਦੇ ਵਿੱਚ ਜਿਹੜਾ ਇਹ ਹੋ ਸਕਦਾ ਵੀ ਆਪਾਂ ਨੂੰ ਇਦਾਂ ਦਾ ਕੁਐਸਚਨ ਆ ਜੇ। ਤਾਂ ਇਹ ਜਿਹੜੇ ਐਂਜ਼ਾਈਮ ਹੈ ਇਹ ਕੀ ਕਰਦੇ ਆ? ਇਹ ਅਮਾਈਨੋ ਐਸਿਡ ਬਣਾਉਂਦੇ ਆ ਪ੍ਰੋਟੀਨ ਨੂੰ ਸਪਲਿਟ ਕਰਕੇ, ਪ੍ਰੋਟੀਨ ਨੂੰ ਸਪਲਿਟ ਕਰ ਦਿੰਦੇ ਆ। ਤਾਂ ਅੱਗੇ ਥੋੜਾ ਜਿਹਾ ਆਪਾਂ ਇਹਦੀ ਡਿਟੇਲ ਹੋਰ ਦੇਖਦੇ ਹਾਂ। ਚਲੋ ਇਹ ਹੁਣ ਆਪਣਾ ਲਾਸਟ ਹੀ ਆ ਗਿਆ। ਤਾਂ ਮਾਊਥ ਦੇ ਵਿੱਚ ਕਿਹਦੀ ਡਾਈਜੈਸ਼ਨ ਹੁੰਦੀ ਹੈ ਬੇਟੇ? ਸਟਾਰਚ ਦੀ। ਠੀਕ ਹੈ, ਤਾਂ ਕਾਹਦੇ ਚ? ਮਾਲਟੋਸ, ਸੁਕਰੋਸ ਤੇ ਲੈਕਟੋਸ, ਜਿਹੜੇ ਗਲਾਈਕੋਜਨ ਵਗੈਰਾ ਜਿਹੜੇ ਕੰਪਲੈਕਸ ਫਾਰਮ ਹੈ ਉਹ ਇਹਨਾਂ ਵਿੱਚ ਸਪਲਿਟ ਹੋ ਜਾਂਦੀ ਹੈ। ਸਟਮਕ ਦੇ ਵਿੱਚ ਕੀ ਕਰਦਾ ਹੈ? HCl ਐਕਟੀਵੇਸ਼ਨ ਆਫ ਐਂਜ਼ਾਈਮਸ ਪਲੱਸ ਪਾਰਸ਼ੀਅਲ ਡਾਈਜੈਸ਼ਨ ਆਫ ਫੈਟ। ਸਮਾਲ ਇੰਟੈਸਟਾਈਨ ਦੇ ਵਿੱਚ ਆਲ ਨਿਊਟ੍ਰੀਐਂਟਸ ਗੈਟ ਡਾਈਜੈਸਟਡ। ਤਾਂ ਇਹ ਜਿਹੜੀ ਆਪਣੇ ਇੱਥੇ ਡਾਈਜੈਸ਼ਨ ਹੈਗੀ ਹੈ, ਇੱਕ ਟੌਪਿਕ ਰਹਿ ਗਿਆ ਆਪਣਾ, ਦੈਟਸ ਦਾ ਡਾਈਜੈਸ਼ਨ ਆਫ ਨਿਊਕਲਿਕ ਐਸਿਡ। ਤਾਂ ਆ ਵੇਖੋ ਜੀ, ਬੱਕਲ ਕੈਵਿਟੀ ਦੱਸਿਆ, ਸਟਮਕ ਦੱਸਿਆ। ਸਟਮਕ ਦੇ ਵਿੱਚ ਜਿਹੜਾ ਸਿਰਫ ਉਹਦੀ ਡਾਈਜੈਸ਼ਨ ਹੁੰਦੀ ਹੈ ਫੈਟਸ ਦੀ, ਉਹ ਵੀ ਬਹੁਤ ਥੋੜੀ, ਤੇ ਸਮਾਲ ਇੰਟੈਸਟਾਈਨ ਦੇ ਵਿੱਚ ਇਹਨਾਂ ਸਾਰਿਆਂ ਦੀ ਜਿਹੜੀ ਡਾਈਜੈਸ਼ਨ ਹੈ ਉਹ ਹੋ ਜਾਂਦੀ ਹੈ। ਨੋ ਵੀ ਡਾਈਜੈਸ਼ਨ ਆਫ ਨਿਊਕਲਿਕ ਐਸਿਡ। ਤਾਂ ਸਾਡੇ ਕੋਲ ਕਿਹੜੇ ਕਿਹੜੇ ਨਿਊਕਲਿਕ ਐਸਿਡ ਹੈ ਬਈ ਨਿਮਰ? ਕਿਹੜੇ ਕਿਹੜੇ ਨਿਊਕਲਿਕ ਐਸਿਡ ਹੈ ਤੇਰੀ ਬੋਡੀ 'ਚ? ਸਰ ਰਾਈਬੋਨਿਊਕਲਿਕ ਐਸਿਡ, ਹੋਰ
ਸਰ ਇੱਕ ਡੀਆਕਸੀ ਰਾਈਬੋਨਿਊਕਲਿਕ ਐਸਿਡ। ਰਾਈਬੋਜ਼ ਨਿਊਕਲਿਕ ਐਸਿਡ, ਵੈਰੀ ਗੁੱਡ ਬੇਟੇ। ਆਰਐਨਏ ਐਂਡ ਡੀਐਨਏ ਜਿਹੜੇ ਮੇਜਰ ਨਿਊਕਲਿਕ ਐਸਿਡਸ ਹੈਗੇ ਆ, ਤਾਂ ਜਿਹੜੇ ਇਹ ਨਿਊਕਲਿਕ ਐਸਿਡ ਹੈ ਨਾ, ਇਹ ਤਿੰਨ ਚੀਜ਼ਾਂ ਤੋਂ ਬਣੇ ਹੁੰਦੇ ਆ ਪੁੱਤ, ਸ਼ੂਗਰ, ਨਾਈਟ੍ਰੋਜੀਨਸ ਬੇਸ ਤੇ ਫਾਸਫੇਟਸ। ਤਾਂ ਨਿਊਕਲਿਕ ਐਸਿਡ ਤੇ ਜਦੋਂ ਨਿਊਕਲੀਏਸਿਸ ਐਕਟ ਕਰਦਾ ਹੈ ਤਾਂ ਉਹ ਨਿਊਕਲੀਓਟਾਈਡਸ ਦੇ ਵਿੱਚ ਸਪਲਿਟ ਕਰ ਦਿੰਦਾ ਹੈ। ਕਿਹੜੇ ਕਿਹੜੇ? ਜੇ ਡੀਐਨਏ ਹੈ ਡੀਆਕਸੀ ਐਡਨਿਨ ਡਾਈਫਾਸਫੇਟ ਟ੍ਰਾਈਫਾਸਫੇਟ ਜਾਂ ਮੋਨੋਫਾਸਫੇਟ, ਡੀਆਕਸੀ ਗੁਆਨਿਨ ਮੋਨੋਫਾਸਫੇਟ, ਡੀਆਕਸੀ ਸਾਈਟੋਸਿਨ ਮੋਨੋਫਾਸਫੇਟ ਤੇ ਥਾਇਆਮਿਨ ਮੋਨੋਫਾਸਫੇਟ। ਠੀਕ ਹੈ, ਚਾਰ ਹੁੰਦੇ ਆ। ਉਦੋਂ ਬਾਅਦ ਨਿਊਕਲੀਓਟਾਈਡੇਸਿਸ ਇਹਨੂੰ ਨਿਊਕਲੀਓਸਾਈਡ ਚ ਕਨਵਰਟ ਕਰਦੇ ਆ। ਇਹਦੇ ਚੋਂ ਕੀ ਕਰਦੇ ਆ? ਫਾਸਫੇਟ ਗਰੁੱਪ ਰਿਮੂਵ ਕਰ ਦਿੰਦੇ ਆ। ਠੀਕ ਹੈ, ਫਾਸਫੇਟ ਗਰੁੱਪ ਰਿਮੂਵ ਕਰ ਦਿੰਦੇ ਆ ਤੇ ਫਿਰ ਬਚਿਆ ਕੀ ਰਹਿ ਜਾਂਦਾ ਹੈ? ਸ਼ੂਗਰ ਪਲੱਸ ਬੇਸਿਸ। ਤਾਂ ਉਹਨੂੰ ਕਾਹ ਚ ਕੌਣ ਸਪਲਿਟ ਕਰਦਾ ਹੈ? ਨਿਊਕਲੀਓਸਾਈਡੇਸਿਸ। ਉਹ ਕਾਹ ਚ ਕਨਵਰਟ ਕਰਦੇ? ਸ਼ੂਗਰ ਪਲੱਸ ਬੇਸ। ਤਾਂ ਇਟ ਸਪਲਿਟ ਇਨਟੂ ਦਾ 3 ਕੰਪੋਨੈਂਟਸ, ਫਾਸਫੇਟ ਗਰੁੱਪ, ਸ਼ੂਗਰ ਐਂਡ ਬੇਸਿਸ। ਇਸ ਤਰੀਕੇ ਜਿਹੜੇ ਨਿਊਕਲਿਕ ਐਸਿਡ ਹੈ ਦੇ ਗੈਟ ਡਾਈਜੈਸਟਡ। ਠੀਕ ਹੈ, ਤਾਂ ਇਹ ਕੁਝ ਹਾਰਮੋਨਸ ਹੈ ਬੇਟੇ, ਇਹ ਆਪਣੇ ਸਿਲੇਬਸ 'ਚ ਹੈ ਨਹੀਂ, ਸਿਲੇਬਸ ਚੋਂ ਕੱਢਤੇ ਸੀਗੇ। ਉਹਦੇ ਵਿੱਚ ਆਪਣੇ ਕੋਲ ਜਿਹੜੇ ਮੇਨ ਨਿਊਟ੍ਰੀਐਂਟਸ ਹੈ, ਬੈਲੈਂਸ ਡਾਈਟ ਆ, ਉਹ ਵੀ ਕੱਢਿਆ ਹੋਇਆ, ਬਟ ਆਪਾਂ ਕਰਾਂਗੇ ਉਸ ਹਿਸਾਬ ਤੇ ਜਦੋਂ ਵੀ ਆਪਣੇ ਕੋਲ ਮਤਲਬ ਕਿ ਸਪੇਅਰ ਟਾਈਮ ਹੋਇਆ। ਤਾਂ ਸਾਰੇ ਤੋਂ ਪਹਿਲਾਂ ਬੇਟੇ ਹਾਰਮੋਨ ਹੈ ਗੈਸਟ੍ਰਿਨ। ਠੀਕ ਹੈ, ਗੈਸਟ੍ਰਿਕ ਐਂਟਰਮ ਡਿਊਡਨਮ ਇਨ ਦਾ ਸਟਮਕ ਐਂਡ ਡਿਊਡਨਮ ਪ੍ਰੋਡਿਊਸ ਹੁੰਦਾ ਹੈ ਤੇ ਕਰਦਾ ਕੀ ਹੈ? ਸਕ੍ਰੀਸ਼ਨ ਆਫ ਗੈਸਟ੍ਰਿਕ ਐਸਿਡ। ਇੰਟ੍ਰਿੰਸਿਕ ਫੈਕਟਰ ਫਰੋਮ ਦਾ ਪ੍ਰਾਈਟਲ ਸੈਲ। ਕੋਮਲ ਪ੍ਰਾਈਟਲ ਸੈਲ ਕਿੱਥੇ ਸੀਗੇ? ਕੋਮਲ ਪ੍ਰਾਈਟਲ ਸੈਲ ਕਿੱਥੇ ਸੀ ਬੇਟੇ? ਸਰ ਪੜ੍ਹੇ ਸੀ ਲੀਵਰ ਨਾ ਵਿੱਚ ਆਪਾਂ? ਪੜੇ ਸੀ, ਲੀਵਰ ਵਿੱਚ ਪੜੇ ਸੀ। ਅੱਛਾ, ਚੱਲ ਫਿਰ ਹੁਣ ਨਿਮਰ ਦੱਸ ਦੇਵੇ ਪ੍ਰਾਈਟਲ ਸੈਲ ਕਿੱਥੇ ਸੀ। ਸਰ ਤੁਸੀਂ ਉਹਦੇ ਵਿੱਚ ਨਹੀਂ ਪੜਾਏ ਸੀ ਫਲਾਰ ਦੇ ਰੀਪਰੋਡਕਟਿਵ ਸਿਸਟਮ ਚ? ਅੱਛਾ, ਇਹ ਟੈਕਨੋਲੋਜੀ ਪਤਾ ਨਹੀਂ ਕਿੱਥੇ ਪਹੁੰਚ ਗਈ। ਪ੍ਰਾਈਟਲ ਸੈਲ ਸਟਮਕ ਚ ਹੁੰਦੇ ਆ ਸਰ। ਇਹ ਕੌਣ ਬੋਲਿਆ ਪੁੱਤ? ਸਵੰਸ਼ਿਕਾ। ਵੰਸ਼ਿਕਾ, ਵੈਰੀ ਗੁੱਡ ਬੇਟੇ। ਥੀਸ ਆਰ ਫਾਊਂਡ ਇਨ ਦਾ ਸਟਮਕ। ਪ੍ਰਾਈਟਲ ਸੈਲ ਦਾ ਸੈਕਿੰਡ ਨੇਮ ਸੀ ਆਕਸੈਂਟਿਕ ਸੈਲਸ, OXYNTIC, ਆਕਸੈਂਟਿਕ ਸੈਲਸ। ਤੇ ਇਹਨਾਂ ਦਾ ਕੰਮ ਕੀ ਸੀ? ਦੇ ਆਰ HCl ਪ੍ਰੋਡਿਊਸਿੰਗ ਸੈਲਸ। ਥੀਸ ਆਰ HCl ਪ੍ਰੋਡਿਊਸਿੰਗ ਸੈਲਸ। ਸ਼ਾਬਾਸ਼ ਵੰਸ਼ਿਕਾ ਬੇਟੇ, ਗੁੱਡ। ਤਾਂ ਸਟਿਮੂਲੇਟ ਦਾ ਸਕ੍ਰੀਸ਼ਨ ਆਫ ਪੈਪਸਿਨੋਜਨ ਫਰੋਮ ਦਾ ਚੀਫ ਸੈਲ। ਚਲੋ ਇੰਨੀ ਵਾਰ ਹੁਣ ਤਾਂ ਦੱਸ ਦੇ ਪੁੱਤ, ਚੀਫ ਸੈਲ ਕਿੱਥੇ ਸੀਗੇ? ਕਿਹੜੇ ਸਰ? ਦੱਸ ਦਿਓ। ਚਲੋ ਮੈਂ ਜ਼ਿਆਦਾ ਨਿਮਰ ਤੇ ਆ ਆਨਸਰ ਦਿੰਦੀਆਂ ਹੁੰਦੀਆਂ ਤਾਂ ਪੁੱਛ ਲੈਣਾ। ਏਕਮ ਜੋ ਦੱਸੂਗਾ ਵੀ। ਅੱਜ ਏਕਮ ਦੱਸ ਦੇ ਯਾਰ, ਆਪਾਂ ਮਾਨ ਸਾਹਿਬ ਚੀਫ ਸੈਲ ਕਿੱਥੇ ਹੁੰਦੇ ਆ? ਸ਼ਾਹਵੀਰ, ਸ਼ਾਹਵੀਰ, ਹਾਂਜੀ ਸਰ। ਇਹ ਚੀਫ ਸੈਲ ਕਿੱਥੇ ਹੁੰਦੇ ਆ? ਸਟਮਕ ਚ ਹੀ ਹੁੰਦੇ ਸਰ। ਸਟਮਕ ਚ ਹੁੰਦੇ ਆ। ਸਟਮਕ ਚ ਕਿੱਥੇ ਹੁੰਦੇ ਆ? ਮਹਿਕ ਅਰੋੜਾ, ਮਹਿਕ ਦੀ ਅੱਜ ਮੈਂ ਸ਼ਿਕਾਇਤ ਲਾ ਦੇਣੀ ਹੈ ਜੇ ਨਾ ਦੱਸਿਆ ਤਾਂ ਬਈ। ਮਹਿਕ ਮਾਈਕ ਔਨ ਕਰ ਪੁੱਤ। ਯੈਸ, ਲੋਕੇਸ਼ਨ ਆਫ ਚੀਫ ਸੈਲ। ਕਮਲੇ ਬੰਦਿਓ, ਕੱਲ ਆਪਾਂ ਗੱਲ ਤਾਂ ਪਰਸੋਂ ਗੱਲ ਕੀਤੀ ਸੀਗੀ। ਗੈਸਟ੍ਰਿਕ ਗਲੈਂਡ, ਗੈਸਟ੍ਰਿਕ ਗਲੈਂਡ ਦੇ ਵਿੱਚ ਹੁੰਦੇ ਆ ਇਹ ਸਾਰੇ ਸੈੱਲ। ਪ੍ਰਾਈਟਲ ਸੈੱਲ, ਠੀਕ ਹੈ, ਆਰਜੈਂਟਾਫਿਨ ਸੈੱਲ, ਜੀ ਸੈੱਲ, ਮਿਊਕਸ ਸੈੱਲ, ਜ਼ੈਂਟਿਕ ਸੈੱਲ, ਇਹ ਸਾਰੇ ਆਪਾਂ ਗੱਲ ਕੀਤੀ ਸੀਗੀ, ਤੁਸੀਂ ਪੜ੍ਹਦੇ ਨਹੀਂ ਘਰੇ। ਠੀਕ ਹੈ, ਚੀਫ ਸੈੱਲ ਕੀ ਹੈ? ਸਕ੍ਰੀਟ ਦਾ ਪੈਪਸਿਨੋਜਨ ਤੇ ਗੈਸਟ੍ਰਿਕ ਗਲੈਂਡ ਦੇ ਵਿੱਚ ਹੁੰਦੇ ਆ ਤੇ ਐਕਟੀਵੇਟ ਕੌਣ ਕਰਦਾ ਹੈ? ਗੈਸਟ੍ਰਿਨ। ਠੀਕ ਹੈ, ਦੈਨ ਵੀ ਗੈਸਟ੍ਰਿਕ ਐਂਡ ਇੰਟੈਸਟਾਈਨਲ ਮੋਟਿਲਿਟੀ, ਜਿਹੜੀ ਪੈਰੀਸਟਾਲਸਿਸ ਜਾਂ ਚਰਨਿੰਗ ਆਫ ਫੂਡ ਹੁੰਦੀ ਹੈ, ਗੈਸਟ੍ਰਿਕ ਮੂਵਮੈਂਟ, ਉਹ ਵੀ ਗੈਸਟ੍ਰਿਨ ਕਰਦਾ ਹੈ। ਇੱਕ ਕੋਲੀਸਾਈਟੋਕਾਈਨਿਨ CCK ਕਹਿੰਦੇ ਆ, ਡਿਊਡਨਮ ਤੇ ਜੇਜੂਨਮ ਤੋਂ ਪ੍ਰੋਡਿਊਸ ਹੁੰਦੀ ਹੈ ਬਈ। ਗਾਲ ਬਲੈਡਰ ਕੰਟਰੈਕਸ਼ਨ ਕਰਵਾਉਂਦੇ ਆ ਇਹ, ਤਾਂ ਜੋ ਬਾਈਲ ਬਾਹਰ ਆ ਜੇ। ਰਿਲੀਜ਼ ਆਫ ਪੈਨਕ੍ਰੀਆਟਿਕ ਐਂਜ਼ਾਈਮ ਇਹੀ ਕਰਵਾਉਂਦੇ ਆ। ਰਿਲੈਕਸ ਦਾ ਸਪਿੰਕਟਰ ਆਫ ਓਡੀ ਫॉर द ਰਿਲੀਜ਼ ਆਫ ਬਾਈਲ ਐਂਡ ਐਂਜ਼ਾਈਮ। ਸਪਿੰਕਟਰ ਆਫ ਓਡੀ ਕਿੱਥੇ ਸੀਗਾ ਆਪਣਾ?
ਸਪਿੰਕਟਰ ਆਫ ਓਡੀ। ਸਰ ਜਿੱਥੇ ਪੈਨਕ੍ਰੀਆਸ ਆਪਾਂ ਕਹਿੰਦੇ ਬਾਈਲ ਸੀ ਡਕਟ ਵਿੱਚ ਸਰ ਡਿਊਟਨਮ ਹੈਪੈਟੋ ਪੈਨਕ੍ਰੀਆਟਿਕ ਐਂਪੂਲਾ ਬਣਿਆ ਸੀ ਪੁੱਤ, ਜਿੱਥੇ ਆਪਣੇ ਕੋਲ ਬਾਈਲ ਡਕਟ ਤੇ ਪੈਨਕ੍ਰੀਆਟਿਕ ਡਕਟ ਜੁੜੇ ਸੀ। ਠੀਕ ਹੈ, ਉੱਥੋਂ ਇਹ ਜਿਹੜੀ ਉਹਨਾਂ ਦੀ ਸਕ੍ਰੀਸ਼ਨ ਹੈ, ਕਾਮਨ ਓਪਨਿੰਗ। ਹਾਂ ਵੈਰੀ ਗੁੱਡ, ਸ਼ਾਬਾਸ਼, ਇਹ ਕੋਲੀਸਾਈਟੋਕਾਈਨਿਨ ਕਰਵਾਉਂਦਾ ਹੈ। ਸੈਕ੍ਰੇਟਿਨ ਡਿਊਡਨਮ ਐਂਡ ਜੇਜੂਨਮ ਅਗੇਨ ਸਟਿਮੂਲੇਟ ਦਾ ਸਕ੍ਰੀਸ਼ਨ ਆਫ HCO3 ਆਇਨ from the pancreas, bicarbonate ion release ਕਰਾਉਂਦਾ ਹੈ। ਇਨਹਿਬਿਟ ਦਾ ਗੈਸਟ੍ਰਿਨ ਐਂਡ ਗੈਸਟ੍ਰਿਕ ਐਸਿਡ ਸਕ੍ਰੀਸ਼ਨ, ਕਿਉਂਕਿ ਹੁਣ ਆਪਾਂ ਅਲਕੇਲਾਈਨ ਕਨਵਰਟ ਕਰਨਾ ਹੈ ਜਿਹਦੇ ਕਰਕੇ ਐਸਿਡ ਸਕ੍ਰੀਸ਼ਨ ਨਹੀਂ ਹੋਣੀ ਚਾਹੀਦੀ। ਉਹ ਕੰਮ ਕਿਹਦਾ ਹੈ? ਸੈਕ੍ਰੇਟਿਨ ਦਾ ਹੈ। ਠੀਕ ਹੈ, ਦੈਨ ਬਈ VIP ਵੈਸੋ ਐਕਟਿਵ ਇੰਟੈਸਟਾਈਨਲ ਪੈਪਟਾਈਡ, ਪੈਪਟਾਈਡ ਇਟਸ ਪ੍ਰੋਟੀਨੇਸ਼ੀਅਸ ਇਨ ਨੇਚਰ ਪੈਪਟਾਈਡ ਤੋਂ, ਇਹ ਐਂਟੈਰਿਕ ਨਰਵਸ। ਠੀਕ ਹੈ, ਤਾਂ ਵਾਟਰ ਐਂਡ ਇਲੈਕਟ੍ਰੋਲਾਈਟ ਸਕ੍ਰੀਸ਼ਨ ਪੈਨਕ੍ਰੀਆਜ਼ ਐਂਡ ਗੱਟ ਦੇ ਵਿੱਚ ਮੈਕਸਿਮਮ ਹੋ ਜਾਏ ਐਂਡ ਰਿਲੈਕਸ ਸਮੂਥ ਮਸਲਸ ਆਫ ਦਾ ਗੈਟ, ਸੋ ਦੈਟ ਜਿਹੜਾ ਹੈਗਾ ਇਹ ਪ੍ਰੋਪਰ ਮੂਵਮੈਂਟ ਹੁੰਦੀ ਰਵੇ। ਗੈਸਟ੍ਰਿਕ ਇਨਹਿਬਿਟਰੀ ਪੈਪਟਾਈਡੇਜ਼, ਇਹ ਵੀ ਡਿਊਡਨਮ ਤੇ ਜੇਜੂਨਮ ਤੋਂ ਹੁੰਦਾ ਹੈ। reduces the gastric acid secretion and intestinal mobility and stimulate insulin to release, insulin release ਕਰਵਾਉਂਦਾ ਹੈ ਬਈ। ਇਹ ਐਟ ਦਾ ਐਂਡ ਆਫ ਡਾਈਜੈਸ਼ਨ ਹੁੰਦਾ ਬਈ, ਸਭ ਤੋਂ ਲਾਸਟ ਦੇ ਵਿੱਚ ਇਹ ਨਿਕਲਦੇ ਆ ਜਿਹੜੇ GIP ਹੈ, ਮੋਟਿਲਿਨ ਹੈ ਤੇ ਸਮੈਟੋਸਟੈਟਿਨ ਹੈ। ਠੀਕ ਹੈ ਵੀ ਮੋਟਿਲਿਨ ਥਰੂ ਆਊਟ ਦਾ ਗੱਟ MO ਸੈਲਸ ਜਿਹੜੇ ਸਕ੍ਰੀਟ ਕਰਦੇ ਆ ਸਮਾਲ ਬਾਉਲ ਮੋਟਿਲਿਟੀ। ਠੀਕ ਹੈ, ਤਾਂ ਸਾਡੇ ਜਿਹੜੀ ਇਜੈਕਸ਼ਨ ਪ੍ਰੋਸੈਸ ਲਈ। ਦੈਨ ਵੀ ਸਮੈਟੋਸਟੈਟਿਨ, ਤਾਂ ਇਹ ਆਪਾਂ ਪੜ੍ਹਿਆ ਸੀ, ਸਮੈਟੋਸਟੈਟਿਨ ਪੜ੍ਹਿਆ ਸੀ ਨਾ, ਸਟੋਮਿਕ ਇੰਟੈਸਟਾਈਨ ਐਂਡ ਪੈਨਕ੍ਰੀਆਸ ਦੇ ਜਿਹੜੇ ਡੈਲਟਾ ਸੈਲ ਸੀਗੇ, ਤਾਂ ਬਹੁਤ ਸਾਰੇ ਹਾਰਮੋਨਸ ਨੂੰ ਨਿਪਟ ਕਰਦਾ ਹੈ, ਸਾਰੇ ਉੱਪਰਲਿਆਂ ਨੂੰ ਨਿਪਟ ਕਰ ਦਿੰਦਾ, ਕਹਿੰਦਾ ਵੀ ਬਸ ਬਹੁਤ ਹੋ ਗਿਆ ਕੰਮ, ਆਪਾਂ ਖਾ ਪੀ ਲਿਆ, ਹੁਣ ਪੇਟ ਫੁੱਲ ਹੈ, એનર્ਜੀ ਨਹੀਂ ਚਾਹੀਦੀ ਤੇ ਤੁਸੀਂ ਕੰਮ ਆਪਦਾ ਬੰਦ ਕਰ ਦਿਓ। ਇੱਥੇ ਹੀ ਤੁਹਾਨੂੰ ਮੈਂ ਇੱਕ ਬੜੀ ਖਾਸ ਗੱਲ ਦੱਸਣ ਲੱਗਿਆ। ਹੁਣ ਖਾਸ ਗੱਲ ਕੀ ਦੱਸਣ ਲੱਗਿਆ ਬੇਟੇ, ਵੀ ਇਹ ਜਿਹੜੇ ਲੋਅਰ 3 ਹਾਰਮੋਨਸ ਹੈ ਇਹ ਉਦੋਂ ਰਿਲੀਜ਼ ਹੁੰਦੇ ਹੈ ਜਦੋਂ ਸਟਮਕ ਫਿਲ ਹੋ ਜਾਂਦਾ ਹੈ, ਹਾਫ ਫਿਲਡ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਵੀ ਹੁਣ ਬੋਡੀ ਨੂੰ ਹੋਰ ਫੂਡ ਨਹੀਂ ਚਾਹੀਦਾ। ਠੀਕ ਹੈ, ਇਹ ਬੋਡੀ ਨੂੰ ਕਦੋਂ ਪਤਾ ਲੱਗਦਾ ਹੈ? ਜਦੋਂ ਪਾਇਲੋਰਿਕ ਸਪਿੰਕਟਰ ਬੰਦ ਹੋਵੇ ਸਟਮਕ ਦੇ ਹੇਠਲਾ। ਤੇ ਸਪਿੰਕਟਰ ਕਦੋਂ ਬੰਦ ਹੁੰਦਾ ਹੈ? ਜਦੋਂ ਅਸੀਂ ਬੈਠ ਕੇ ਖਾਣਾ ਖਾਂਦੇ ਹਾਂ। ਠੀਕ ਹੈ, ਕਦੇ ਤੁਸੀਂ ਪੁਰਾਣੇ ਬਜ਼ੁਰਗ ਵੇਖਿਓ ਬੈਠ ਕੇ ਖਾਣਾ ਖਾਂਦੇ ਸੀ, ਤਾਂ ਆਪਾਂ ਖੜੇ ਹੋ ਕੇ ਖਾਣਾ ਖਾਂਦੇ ਆ ਜਾਂ ਲੇਟ ਕੇ ਖਾਣਾ ਖਾਂਦੇ ਆ ਜਾਂ ਨਿਮਰ ਵਰਗੀ TV ਵੇਖਦੀ ਖਾਣਾ ਖਾਂਦੀ ਹੈ, ਤਾਂ ਉਹ ਕੀ ਹੁੰਦਾ ਹੈ? ਉਹ ਫਿਰ ਕੀ ਹੈ ਵੀ ਸਾਡਾ ਪਾਇਲੋਰਿਕ ਸਪਿੰਕਟਰ ਖੁੱਲ ਜਾਂਦਾ ਹੈ ਤੇ ਫੂਡ ਹੈ ਜਿਹੜਾ ਦੈਟ ਰੀਚਸ ਟੂ ਸਮਾਲ ਸੈਗਮੈਂਟਸ ਦੇ ਫਾਰਮ ਚ, ਛੋਟੇ ਛੋਟੇ ਟੁਕੜਿਆਂ ਦੇ ਰੂਪ ਦੇ ਵਿੱਚ ਇੰਟੈਸਟਾਈਨ ਚ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਜ਼ਿਆਦਾ ਖਾ ਲੈਂਦੇ ਹਾਂ। ਤਾਂ ਉਹਦੇ ਕਰਕੇ ਕੀ ਹੈ, ਓਬੈਸਿਟੀ ਐਂਡ ਅਦਰ ਡਾਈਜੈਸਟਿਵ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਸੋ ਬੱਚੇ ਇੱਥੇ ਇਸ ਚੀਜ਼ ਦਾ ਵੀ ਆਪਾਂ ਖਿਆਲ ਰੱਖਣਾ ਵੀ ਬੈਠ ਕੇ ਖਾਣਾ ਖਾਣਾ ਚਾਹੀਦਾ ਹੈ। ਤੇ ਇੱਕ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੜਾ ਸਲੋ ਖਾਣਾ ਖਾਣਾ ਚਾਹੀਦਾ, ਆਪਾਂ ਨੂੰ ਹੌਲੀ ਹੌਲੀ ਖਾਣਾ ਚਾਹੀਦਾ ਹੈ, ਖਾਣਾ ਕਦੇ ਵੀ ਤੇਜ਼ੀ ਨਾਲ ਨਹੀਂ ਖਾਣਾ ਚਾਹੀਦਾ। ਉਹਦਾ ਵੀ ਕਾਰਨ ਇਹ ਹੈ ਵੀ ਇਹਨਾਂ ਚੋਂ ਕੁਝ ਹਾਰਮੋਨ ਹਾਈਪੋਥੈਲਮਸ ਨੂੰ ਜਾ ਕੇ ਐਗਜ਼ਾਈਟ ਕਰਦੇ ਆ ਇਨਡਾਇਰੈਕਟਲੀ। ਜਦੋਂ ਸਾਨੂੰ ਪਤਾ ਲੱਗਦਾ ਵੀ ਸਾਨੂੰ ਹੋਰ એનર્ਜੀ ਦੀ ਲੋੜ ਨਹੀਂ, ਸਾਨੂੰ ਹੋਰ ਫੂਡ ਦੀ ਲੋੜ ਨਹੀਂ ਹੈ, ਤੇ ਉਹਨੂੰ ਅਪਰੋਕਸੀਮੇਟਲੀ 45 ਸੈਕਿੰਡ ਟੂ 120 ਸੈਕਿੰਡ, ਸੌਰੀ ਹਾਂ 80 ਸੈਕਿੰਡ ਲੱਗਦੀ ਹੈ, 80 to 90, 145 to 90 ਸੈਕਿੰਡ ਲੱਗਦੇ ਆ, ਯਾਨੀ ਕਿ 1.5 ਮਿੰਟ ਲੱਗ ਜਾਂਦਾ ਹੈ। ਤਾਂ ਉਨੀ ਦੇਰ ਚ ਆਪਾਂ ਜੇ ਕਾਲੀ ਕਾਲੀ ਖਾਂਦੇ ਆ, ਮੇਰੇ ਵਰਗਾ 1.5-2 ਰੋਟੀਆਂ ਹੋਰ ਖਾ ਜਾਂਦਾ ਹੈ। ਠੀਕ ਹੈ, ਸੋ ਓਬੈਸਿਟੀ ਆਉਂਦੀ ਹੈ, ਜਿੰਨੀ ਸਾਨੂੰ ਲੋੜ ਹੈ ਅਸੀਂ ਉਸ ਤੋਂ ਵੱਧ ਖਾ ਲੈਂਦੇ ਹਾਂ। ਸੋ ਇਸ ਕਰਕੇ ਇੱਕ ਤਾਂ ਸਾਨੂੰ ਸਲੋ ਖਾਣਾ ਚਾਹੀਦਾ ਹੈ, ਇੱਕ ਬੈਠ ਕੇ ਖਾਣਾ ਚਾਹੀਦਾ ਹੈ। ਪਰ ਕਰੀਏ ਕਿ ਜਿਹੜੀਆਂ ਸਾਨੂੰ ਪੁਰਾਣੀਆਂ ਬੈਡ ਹੈਬਿਟਸ ਪੈ ਗਈਆਂ ਉਹ ਹੁਣ ਠੀਕ ਨਹੀਂ ਹੁੰਦੀਆਂ।